कमरे चो डेयरी लैनी है, वो कहते मेरे कमरे च ना आओ। उन्होंने हालांकि 3 कमरे ते ऑलरेडी कब्जा किया, लोग लगे हो घरे। ਤੁਹਾਡੇ ਘਰ ਦੇ 3 ਕਮਰੇ ਤੇ ਤੁਹਾਡੀ ਵਿਸਿਸ ਦਾ ਕਬਜ਼ਾ ਹੈ। गाली परेशान करती सी। ਉਹਨਾਂ ਨੂੰ ਉਦੋਂ ਵੀ ਤੁਸੀਂ ਕਰਕੇ ਗੱਲ ਕਰਦੇ ਹੋ, ਕੈਮਰੇ ਅੱਗੇ ਕਰ ਰਹੇ ਹੋ? नहीं कैमरे अगे नहीं गल करदा, ये पहला भी इदां मेरे नाल जो हो रहा मैं सच साबित करदा जी। ਭਾਜੀ ਤੁਸੀਂ ਝੂਠ ਤਾਂ ਨਹੀਂ ਬੋਲ ਰਹੇ? ਨਹੀਂ। ਰਹਿੰਦੇ ਹੋ ਆਪਣੇ ਪਿੰਡ, ਆਪਾਂ ਆਪਣੇ ਪੇਕੇ। ਹਾਂਜੀ। ਤੁਸੀਂ ਜਿਵੇਂ ਦੱਸ ਦਿਓ ਤੁਹਾਡੇ ਇੱਥੇ ਕਦੀ ਆਉਂਦੇ ਨੇ, ਮਾਤਾ ਪਿਤਾ ਨਾਲ ਰਹਿਣਾ ਨਹੀਂ, ਫਿਰ 10,000 ਰੁਪਇਆ ਕਿਸ ਚੀਜ਼ ਲਈ ਚਾਹੀਦਾ? ਉਹ 10,000 ਖਰਚੇ ਵਾਸਤੇ ਮੰਗਦੇ। ਕਿਹੜਾ ਖਰਚਾ? उसने मेरी चुन्नी मेरे ऊपर दे दी, अब मेरी आ चीज छोड़े नहीं, मेरा ढिड तोड़ दिया। चाकू पंजाबी च कर। हाँ चाकू है साडे टेबल पर पिया उत्थे कोल ही। वो चाकू जिद्दां चक्किया ना, मैं पूरे जोर नाल खिच लिया, उहदी नुक्कर इत्थे लग गई। ਕਈ ਕੁੜੀ ਵਾਲਿਆਂ ਤੋਂ ਮੁੰਡੇ ਵਾਲੇ ਦਹੇਜ ਮੰਗਦੇ ਨੇ ਤੇ ਕਈਆਂ ਨੂੰ ਕੁੜੀਆਂ ਹੀ ਜਾਂਦੀਆਂ ਨੇ ਠੱਗ। ਕਿਸੇ ਦਾ ਪੁੱਤ ਕਹਿਣੇ 'ਚ ਨਹੀਂ ਹੈ ਤੇ ਕਿਸੇ ਦੀ ਨੂੰ ਸੱਸ ਸਹੁਰੇ ਤੋਂ ਰਹਿਣਾ ਚਾਹੁੰਦੀ ਹੈ ਅਲੱਗ। ਹੁਣ ਸਮਾਜ ਵਿੱਚ ਵਿਚਰਦੇ ਇਉਂ ਪ੍ਰਤੀਤ ਹੋਣ ਲੱਗ ਗਿਆ ਕਿ ਉਹ ਕਹਾਵਤ ਸੱਚੀ ਹੈ ਕਿ ਕੋਠੇ ਚੜ੍ਹ ਕੇ ਦੇਖ ਫਕੀਰਾ, ਘਰ ਘਰ ਹੀ ਉਹ ਅੱਗ, ਘਰ ਘਰ ਹੀ ਉਹ ਅੱਗ। ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਦੋਸਤੋ ਇਸ ਸਮੇਂ ਸਿਵਲ ਹਸਪੀਟਲ ਵਿੱਚ ਮੌਜੂਦ ਹਾਂ ਜੀ, ਔਰ ਜਿਹੜੀ ਇਹ ਘਰ ਅੱਗ ਦੀ ਗੱਲ ਕੀਤੀ ਹੈ, ਇੱਕ ਹੋਰ ਘਰ ਵਿੱਚ ਲੱਗੀ ਹੈ। ਇੱਕ ਪੁੱਤ, ਮਾਂ ਦਾ ਪੁੱਤ ਜੋ ਵਿਆਹਿਆ ਹੋਇਆ, ਜੋ ਬੜੇ ਚਾਵਾਂ ਨਾਲ ਵਿਆਹਿਆ ਸੀ, ਉਹ ਆਪਣਾ ਦੁੱਖੜਾ ਸਮਾਜ ਅੱਗੇ ਰੱਖਣਾ ਚਾਹੁੰਦਾ ਹੈ। ਉਹ ਦੱਸਣਾ ਚਾਹੁੰਦਾ ਹੈ ਕਿ ਉਸ ਦੀ ਘਰਵਾਲੀ ਨੇ, ਹਾਲਾਂਕਿ ਮੈਂ ਇਸ ਚੀਜ਼ ਨੂੰ ਲਈ ਉਹਨਾਂ ਨੂੰ ਕੈਮਰੇ ਅੱਗੇ ਬੁਲਾਵਾਂ ਉਸ ਤੋਂ ਪਹਿਲਾਂ ਹੀ ਕਲੀਅਰ ਕਰ ਦੇਣਾ ਚਾਹੁੰਦਾ ਕਿ ਹਾਲੇ ਅਸੀਂ ਦੂਜਾ ਪੱਖ ਨਹੀਂ ਸੁਣਿਆ। ਹਾਲਾਂਕਿ ਦੂਜੇ ਪੱਖ ਨੂੰ ਕਾਲ ਬੜੀ ਵਾਰ ਕੀਤੀ, ਲੇਕਿਨ ਉਹਨਾਂ ਦਾ ਫੋਨ ਕੰਸਿਸਟੈਂਸਲੀ ਸਵਿਚ ਆਫ ਆ ਰਿਹਾ ਸੀ। ਸੂਰਯ ਪ੍ਰਤਾਪ ਦੀ ਮਦਰ ਇਸ ਸਮੇਂ ਸਿਵਲ ਹਸਪੀਟਲ ਵਿੱਚ ਐਡਮਿਟ ਹੈ। ਸੂਰਯ ਪ੍ਰਤਾਪ ਦਾ ਕਹਿਣਾ ਕਿ ਉਹਨਾਂ ਦੀ ਵਾਈਫ ਨੇ, ਉਹਨਾਂ ਦੀ ਮਦਰ ਜਿਹੜੇ 60+ ਨੇ, ਉਹਨਾਂ ਨਾਲ ਕੁੱਟਮਾਰ ਕੀਤੀ, ਕੋਈ ਨਕੀਲੀ ਚੀਜ਼ ਉਹਨਾਂ ਦੇ ਗਲੇ 'ਤੇ ਵੱਜੀ ਹੋਈ ਤੇ ਗੂਠੇ ਦੇ ਕੋਲ ਵੱਜੀ ਹੋਈ, ਜਿਸ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਐਡਮਿਟ ਕਰਾਉਣਾ ਪਿਆ ਸੀ। ਉਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ। ਸੂਰਯ ਪ੍ਰਤਾਪ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਪੂਰੀ ਸਥਿਤੀ ਜਾਣਨ ਦੀ ਕੋਸ਼ਿਸ਼। ਸੂਰਯ ਪ੍ਰਤਾਪ ਬਹੁਤ ਨਿੱਘਾ ਸਵਾਗਤ ਹੈ। ਮੈਨੂੰ ਹਮਦਰਦੀ ਹੈ ਤੁਹਾਡੇ ਨਾਲ, ਕਿਉਂਕਿ ਤੁਹਾਡੇ ਮਦਰ ਇੱਥੇ ਐਡਮਿਟ ਨੇ। ਆਡੀਅנס ਦੇ ਅੱਗੇ ਜਿਹੜਾ ਤੁਸੀਂ ਪੱਖ ਰੱਖਣਾ ਚਾਹੁੰਦੇ ਸੀ ਉਹਨੂੰ ਰੱਖ ਸਕਦੇ ਹੋ। ਨਮਸਕਾਰ ਸਰ ਜੀ। ਹਾਂਜੀ ਸਰ ਜਿੱਦਾਂ ਕਿ ਮੈਂ ਪਹਿਲਾਂ ਬਾਹਰ ਜੋਬ ਕਰਦਾ ਸੀਗਾ ਦੁਬਈ ਦੇ ਵਿੱਚ, ਕਰੋਨਾ ਕਰਕੇ ਲੱਖਾਂ ਲੋਕਾਂ ਦੀ ਜੋਬ ਗਈ ਜਿੱਦਾਂ, ਤੇ ਜਿੱਦਾਂ ਜੋਬ ਮੇਰੀ ਵੀ ਚੱਲ ਗਈ ਸੀ। ਕਿਹੜੇ ਪਿੰਡੋਂ ਕਿਹੜੇ ਹੋ ਤੁਸੀਂ? ਮੇਰਾ ਪਿੰਡ ਸਰ ਜਾਲੜਾ ਪਿੰਡ ਹੈ, ਜਾਲੜਾ ਪਿੰਡ ਦਾ ਰਹਿਣ ਵਾਲਾ। ਮੈਂ ਪਹਿਲਾਂ ਜਿੱਦਾਂ ਵਿਦੇਸ਼ 'ਚ ਜੋਬ ਕਰਦਾ ਸੀਗਾ। ਵਿਆਹ ਤੋਂ ਪਹਿਲਾਂ ਤੋਂ ਹੀ ਕਿ ਵਿਆਹ ਤੋਂ ਬਾਅਦ 'ਚ ਗਏ ਸੀ? ਵਿਆਹ ਤੋਂ ਪਹਿਲਾਂ ਵੀ ਜੋਬ ਕਰਦਾ ਸੀਗਾ ਇਲੈਕਟ੍ਰੀਕਲ ਦੀ। ਠੀਕ ਹੈ। ਹਾਂਜੀ। ਹੁਣ ਜਿੱਦਾਂ ਮੈਂ ਕਰੋਨਾ ਕਰਕੇ ਮੇਰੀ ਜੋਬ ਚੱਲ ਗਈ ਸੀਗੀ, ਜਿੱਦਾਂ ਮੈਂ ਵਿਆਹ ਕਰਾ ਕੇ ਗਿਆ ਸੀਗਾ, ਵਿਆਹ ਕਰਾ ਕੇ ਜਿੱਦਾਂ ਬਾਹਰ ਗਿਆ, ਘਰ ਵਾਲੀ ਜਿੱਦਾਂ ਫਿਰ ਮਾਪਿਆਂ ਦੇ ਚੱਲ ਜਾਂਦੇ ਸੀਗੇ ਉਸੇ ਟਾਈਮ ਚਲੇ ਜਾਂਦੇ ਸੀ। ਪੇਕੇ ਚੱਲ ਜਾਂਦੇ ਸੀਗੇ। ਉਸ ਟਾਈਮ ਤੋਂ ਬਾਅਦ ਜਿੱਦਾਂ ਉਹ ਮੈਨੂੰ ਫੋਨ ਕਰਦੇ ਸੀਗੇ ਜਿੱਦਾਂ ਬਾਹਰ, ਵੀ ਤੁਸੀਂ ਆਉਣਾ ਕਦ ਇੰਡੀਆ। ਜਿੱਦਾਂ ਮੈਂ ਇੰਡੀਆ ਆਉਂਦਾ ਸੀਗਾ, ਫਿਰ ਇੰਡੀਆ ਆ ਕੇ ਕਲੇਸ਼ ਫਿਰ ਉਹੀ ਘਰੇ ਕਰਨ ਲੱਗ ਪੈਂਦੇ ਸੀਗੇ। ਇੰਡੀਆ ਆਉਂਦੇ ਸੀ ਤਾਂ ਤੁਸੀਂ ਉਹਨਾਂ ਨੂੰ ਆਪਣੇ ਸਹੁਰੇ ਵਾਪਸ ਲੈ ਕੇ ਆਉਂਦੇ ਸੀ ਕਿ ਆਪਣੇ ਪੇਕੇ ਰਹਿੰਦੇ ਸੀ? ਪੇਕੇ ਕਈ ਵੇਲੇ ਪੇਕੇ ਰਹਿੰਦੇ ਸੀਗੇ, ਫਿਰ ਕੁਛ ਦਿਨਾਂ ਬਾਅਦ ਫਿਰ ਜਾਲ ਲੈ ਆਉਂਦੇ ਹੁੰਦੇ ਸੀਗੇ। ਫਿਰ ਉਸ ਤੋਂ ਬਾਅਦ ਜਿੱਦਾਂ ਆਪਾਂ ਘਰੇ ਰਹਿੰਦੇ ਸੀਗੇ, ਗੱਲਬਾਤ ਸਹੀ ਤਰੀਕੇ ਨਾਲ ਹੁੰਦੀ ਸੀਗੀ। ਫਿਰ ਜਿੱਦਾਂ ਮੈਂ ਰਹਿ ਕੇ ਛੁੱਟੀ ਰਹਿ ਕੇ ਫਿਰ ਚੱਲ ਜਾਂਦਾ ਸੀਗਾ ਬਾਹਰ। ਉਹ ਜਿੱਦਾਂ ਛੁੱਟੀ ਜਾਣਾ ਤਾਂ ਫਿਰ ਕੁਛ ਦਿਨਾਂ ਬਾਅਦ ਕਹਿੰਦੇ ਵੀ ਮੈਂ ਆਪਣੇ ਘਰੇ ਜਾਣਾ। ਘਰੇ ਫਿਲਹਾਲ ਤਾਂ 15 ਦਿਨ 20 ਦਿਨ ਇੱਦਾਂ ਰਹਿੰਦੇ ਸੀਗੇ। ਫਿਰ ਆ ਕੇ ਜਦ ਖਰਚਾ ਹੈ ਨਹੀਂ ਹੈ ਤਾਂ ਫਿਰ ਤੁਸੀਂ ਨਹੀਂ ਕਿਹਾ ਕਿ ਮੇਰੇ ਮਾਤਾ ਪਿਤਾ ਨੂੰ ਤੇਰੀ ਜ਼ਰੂਰਤ ਹੈ, ਤੂੰ ਪੇਕੇ ਜਾ ਕੇ ਕੀ ਕਰਨਾ, ਤੂੰ ਇੱਥੇ ਮੇਰੇ ਰਹਿ ਕੇ ਮੇਰੇ ਮਾਤਾ ਪਿਤਾ ਦੀ ਸੇਵਾ ਕਰ? ਮੈਂ ਉਹਨਾਂ ਨੂੰ ਪਹਿਲਾਂ ਵੀ ਸਟਾਰਟਿੰਗ ਦੇ ਵਿੱਚੋਂ ਕਿਹਾ, ਕਿਉਂਕਿ ਹੋਰ ਤਾਂ ਕੋਈ ਹੈ ਨਹੀਂ ਮੇਰਾ ਭਰਾ। ਕੀ ਕਿਹਾ ਉਹਨਾਂ ਨੂੰ? ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਇਹੀ ਕਿਹਾ ਵੀ ਇਹੀ ਹੈ ਸਾਡੇ ਬਜ਼ੁਰਗ, ਕੁੜੀਆਂ ਆਪਣੇ ਘਰਾਂ 'ਚ ਚਲਾ ਗਈਆਂ। ਅੱਛਾ, ਭੈਣਾਂ ਵੀ ਨੇ? ਹਾਂਜੀ, ਭੈਣਾਂ ਚਾਰੇ ਵਿਆਹ ਹੋ ਗਈਆਂ, ਮੈਂ ਛੋਟਾ ਸਾਰਿਆਂ ਤੋਂ। ਉਹ ਜਿੱਦਾਂ ਜਾਂਦੇ ਸੀਗੇ, ਭੈਣਾਂ ਦੀ ਤਾਂ ਨਹੀਂ ਇੰਟਰਫੇਰੈਂਸ ਕਰ 'ਚ? ਨਹੀਂ, ਉਹਨਾਂ ਨੂੰ ਤਾਂ ਕਹਿੰਦੇ ਤੇਰੇ ਨਾਲ ਤਾਂ ਇਹਨਾਂ ਨਾਲ ਕੋਈ ਲਿੰਕ ਹੀ ਨਹੀਂ, ਉਹਨਾਂ ਨਾਲ ਬੋਲ ਚਾਲ ਹੈ ਨਹੀਂ ਹੈ। ਕਹਿੰਦੀ ਵੀ ਇਹ ਤਾਂ ਸਾਡੇ ਘਰੇ ਆਉਣ ਨਾ ਕੋਈ ਵੀ ਨਾ ਭੈਣ ਆਉਣ ਨਾ ਤੇਰਾ ਕੋਈ ਰਿਸ਼ਤੇਦਾਰ ਆਵੇ। ਵੀ ਫਿਰ ਜਿੱਦਾਂ ਮੈਂ ਕਾਫੀ ਦਿਨ ਰਹਿ ਕੇ ਫਿਰ ਸਮਝਾਉਂਦਾ, ਮੈਂ ਕਿਹਾ ਵੀ ਨਹੀਂ ਆਪਾਂ ਰਲ ਮਿਲ ਕੇ ਰਹਿਣਾ, ਮੰਮੀ ਡੈਡੀ ਇਹਨਾਂ ਦੀ ਸੇਵਾ ਕਰਨੀ ਹੈ, ਠੀਕ ਹੈ ਜੀ। ਫਿਰ ਬਾਹਰ ਜਿੱਦਾਂ ਮੈਂ ਕਾਫੀ ਟਾਈਮ ਰਿਹਾ ਤਾਂ ਉਸ ਤੋਂ ਬਾਅਦ ਮੈਂ ਬਾਹਰ ਜਿੱਦਾਂ ਚੱਲ ਗਿਆ। ਬਾਹਰ ਜਾ ਕੇ ਫਿਰ ਇਹਨਾਂ ਨੇ ਮੈਨੂੰ ਫੋਨ 'ਤੇ ਤੰਗ ਪਰੇਸ਼ਾਨ ਕਈ ਵੇਲੇ ਕਰਨ ਲੱਗ ਪੈਂਦੇ ਸੀ।
ਦਿਮਾਗੀ ਤੌਰ ਤੇ ਮੈਂ ਬਹੁਤ ਪਰੇਸ਼ਾਨ ਕੌਣ ਤੰਗ ਪਰੇਸ਼ਾਨ ਘਰ ਵਾਲੀ ਪਰੇਸ਼ਾਨ ਕਰਦੀ ਸੀ। ਉਹਨਾਂ ਨੂੰ ਉਦੋਂ ਵੀ ਤੁਸੀਂ ਕਰਕੇ ਗੱਲ ਕਰਦੇ ਹੋ, ਹੁਣ ਕੈਮਰੇ ਅੱਗੇ ਕਰ ਰਹੇ ਹੋ? ਨਹੀਂ, ਕੈਮਰੇ ਅੱਗੇ ਨਹੀਂ ਗੱਲ ਕਰਦਾ, ਇਹ ਪਹਿਲਾਂ ਵੀ ਇੱਦਾਂ ਮੇਰੇ ਨਾਲ ਜੋ ਹੋ ਰਿਹਾ ਮੈਂ ਸੱਚ ਸਾਬਤ ਕਰਦਾ ਜੀ। ਠੀਕ ਹੈ। ਫਿਰ ਮੈਂ ਡਿਊਟੀ ਤਾਂ ਮੇਰੀ ਇਲੈਕਟ੍ਰੀਕਲ ਦੀ ਹੈ, ਕਿਉਂਕਿ ਹੈਡਿਕ ਰਹਿੰਦੀ ਸੀਗੀ ਫਿਰ ਵੀ ਦਿਮਾਗ ਤੇ। ਫਿਰ ਇਹਨਾਂ ਨੇ ਕਈ ਵਾਰੀ ਕਹਿਣਾ ਵੀ ਮੈਂ ਤਾਂ ਅਲੱਗ ਰਹਿਣਾ, ਵੀ ਮੰਮੀ ਡੈਡੀ ਨੂੰ ਮੈਂ ਰੋਟੀ ਪਾਣੀ ਨਹੀਂ ਦੇ ਸਕਦੀ ਹੈ। ਇੱਕ ਚੀਜ਼ ਮੈਨੂੰ ਸਮਝਾਓ, ਇੰਡੀਆ ਵਿੱਚ ਸਿਰਫ ਮੰਮੀ ਡੈਡੀ ਤੇ ਤੁਹਾਡੀ ਮਿਸਿਸ ਹਾਂਜੀ। ਜਾਓ ਪੇਕੇ ਰਹਿੰਦੇ ਨੇ, ਜਾਓ ਕਹਿੰਦੇ ਨੇ ਮੈਂ ਅਲੱਗ ਰਹਿਣਾ, ਇਹ ਕਿਵੇਂ ਹੋ ਸਕਦਾ ਹੈ? ਮਾਤਾ ਪਿਤਾ ਕੋਲ ਤਾਂ ਰਹਿਣਾ ਪਏਗਾ ਨਾ। ਜੇ ਬੱਚੇ ਕੋਈ ਨਨਾਣ ਹੋਵੇ ਜਾਂ ਕੋਈ ਭਰਜਾਈ ਹੋਵੇ ਫਿਰ ਤਾਂ ਬੰਦਾ ਕਹਿੰਦਾ, ਹਾਲਾਂਕਿ ਨਨਾਣਾ ਤਾਂ ਤੁਸੀਂ ਦੱਸਿਆ ਕਿ ਚਾਰੇ ਆਪਣੇ ਘਰ ਰਹਿੰਦੀਆਂ ਨੇ। ਤਾਂ ਮੈਂ ਉਹੀ ਦੱਸਦਾ, ਉਹੀ ਜਿਹੜਾ ਕਲੀਅਰ ਕਰਨਾ ਚਾਹੁੰਦਾ, ਜਿੱਦਾਂ ਵੀ ਉਹਨਾਂ ਦਾ ਕਹਿਣ ਦਾ ਮਤਲਬ ਕਿਆ, ਮੈਂ ਤਾਂ ਇਕੱਲਾ ਹੈ ਨਹੀਂ ਹੈ, ਹੋਰ ਤਾਂ ਮੇਰਾ ਕੋਈ ਭਰਾ ਹੈ ਨਹੀਂ ਹੈ। ਹੁਣ ਮੇਰੇ ਨਾਂ ਤਾਂ ਕੋਈ ਪ੍ਰਾਪਰਟੀ ਹੈ ਨਹੀਂ ਹੈ, ਜੋ ਹੈਗਾ ਮੇਰੇ ਮਾਪੇ ਦੇ ਨਾਂ ਤੇ ਹੈ। ਜੋ ਉਹਨਾਂ ਤੁਹਾਨੂੰ ਪ੍ਰਾਪਰਟੀ ਚਾਹੀਦੀ ਆਪਣੇ ਮਾਪਿਓ ਤੋਂ ਲੈਣੀ ਤੁਸੀਂ? ਨਹੀਂ, ਮੈਨੂੰ ਤਾਂ ਨਹੀਂ ਚਾਹੀਦੀ ਹੈ। ਜੋ ਉਹਨਾਂ ਦੀ ਹੈਗੀ ਉਹਨਾਂ ਨੇ ਰੱਖਣੀ ਹੈ ਆਪਣੇ ਕੋਲ, ਉਹ ਤਾਂ ਉਹਨਾਂ ਦਾ ਹੱਕ ਹੈ ਜੀ, ਉਹ ਕਿਸੇ ਨੂੰ ਦੇਣ ਚਾਹੇ। ਜੇ ਮਾਪਿਓ ਦੀ ਪ੍ਰਾਪਰਟੀ ਲੈਣੀ ਤਾਂ ਮਾਪਿਓ ਦੀ ਸੇਵਾ ਵੀ ਕਰਨੀ ਪਊਗੀ ਕਿ ਨਹੀਂ? ਉਹ ਤਾਂ ਅਲਟੀਮੇਟਲੀ ਤੁਹਾਨੂੰ ਹੀ ਮਿਲਣੀ ਉਹਨਾਂ ਤੋਂ ਬਾਅਦ, ਪਰ ਜਦ ਤੱਕ ਜਹਾਨ ਤੇ ਉਹਨਾਂ ਦੀ ਸੇਵਾ ਕਰਨੀ ਪੈਣੀ ਕਿ ਨਹੀਂ? ਹਾਂਜੀ, ਉਹ ਤਾਂ ਸੇਵਾ ਲਾਜ਼ਮੀ ਕਰਨੀ ਪੈਣੀ ਹੈ। ਹੁਣ ਜਿੱਦਾਂ ਬਾਹਰ ਗਿਆ, ਬਾਹਰ ਜਾ ਕੇ ਜਿੱਦਾਂ ਮੇਰੀ ਹੁਣ ਕਰੋਨਾ ਕਰਕੇ ਜੋਬ ਚੱਲ ਗਈ ਹੈ, ਕਰੋਨਾ ਕਰਕੇ ਜੋਬ ਚੱਲ ਗਈ ਤਾਂ ਮੈਨੂੰ ਕਹਿਣ ਲੱਗੇ ਹੈ ਵੀ ਤੂੰ ਇੰਡੀਆ ਕਿਉਂ ਆ ਗਿਆ? ਮੈਂ ਕਿਹਾ ਇੰਡੀਆ ਕਰੋਨਾ ਕਰਕੇ ਦੁਨੀਆ ਲੱਖਾਂ ਲੋਕਾਂ ਦੀ ਜੋਬ ਚੱਲ ਗਈ। ਬਿਲਕੁਲ ਸੱਚ ਬੋਲ ਰਹੇ ਹੋ ਕਿ ਝੂਠ ਬੋਲ ਰਹੇ ਹੋ ਕਿ ਨਹੀਂ? ਤਾਂ ਘਰ ਵਾਲੀਆਂ ਨੇ ਤਾਂ ਸ਼ੁਕਰ ਕੀਤਾ ਜਿਹੜੇ ਸਾਡੇ ਪਤੀ ਉਹ ਇੰਡੀਆ ਵਾਪਸ ਆਏ ਨਹੀਂ, ਤੇ ਤੁਹਾਡੀ ਘਰ ਵਾਲੀ ਕਿਵੇਂ ਕਹਿ ਸਕਦੀ ਹੈ ਤੂੰ ਵਾਪਸ ਕਿਉਂ ਆ ਗਿਆ? ਉਹ ਕਹਿੰਦੇ ਵੀ ਮੈਨੂੰ ਮੰਥਲੀ 10,000 ਖਰਚਾ ਚਾਹੀਦਾ। ਕਿਉਂ? ਕਿਉਂਕਿ ਮੈਂ ਹੁਣ ਛੋਟੀ ਕੰਟਰੀ 'ਚ ਹੈ, ਜਿੱਦਾਂ ਦੁਬਈ 'ਚ ਹੈ। ਨਹੀਂ ਭਾਜੀ ਤੁਸੀਂ ਝੂਠ ਤਾਂ ਨਹੀਂ ਬੋਲ ਰਹੇ, ਨਹੀਂ। ਰਹਿੰਦੇ ਹੋ ਆਪਣੇ ਪਿੰਡ, ਆਪਾਂ ਆਪਣੇ ਪੇਕੇ। ਹਾਂਜੀ, ਤੁਸੀਂ ਜਿਵੇਂ ਦੱਸਦੇ ਹੋ ਤੁਹਾਡੇ ਇੱਥੇ ਕਦੀ ਕਦੀ ਆਉਂਦੇ ਨੇ ਮਾਤਾ ਪਿਤਾ ਨਾਲ ਰਹਿਣਾ ਨਹੀਂ, ਫਿਰ 10,000 ਰੁਪਇਆ ਕਿਸ ਚੀਜ਼ ਲਈ ਚਾਹੀਦਾ? ਉਹ 10,000 ਖਰਚੇ ਵਾਸਤੇ ਮੰਗਦੇ ਆ। ਕਿਹੜਾ ਖਰਚਾ? ਖਰਚਾ ਆਪਣਾ ਜਿਹੜਾ ਸਮਾਨ ਲੈਂਦੇ ਆ, ਆਪਣਾ ਲੇਡੀਜ਼ ਦਾ ਆਪਣਾ ਸਮਾਨ ਹੁੰਦਾ। ਕਹਿੰਦੇ ਅੱਗੇ ਫੈਮਿਲੀ ਪਲਾਨ ਵੀ ਹੋ ਸਕਦਾ, ਜਿੱਦਾਂ ਬੱਚੇ ਦਾ। ਉਹਦੇ ਪ੍ਰੈਗਨੈਂਟ ਨੇ ਉਹ? ਨਹੀਂ। ਅੱਛਾ, ਹਾਂਜੀ। ਚਲੋ ਦੱਸੋ ਤੁਸੀਂ ਗੱਲ ਕੌਣ? ਹੁਣ ਲੜਾਈ ਕਿਸ ਗੱਲ ਦੀ ਹੋਈ ਹੈ? ਹੁਣ ਲੜਾਈ ਇੱਦਾਂ ਹੋਈ ਹੈ ਜਿੱਦਾਂ ਵੀ ਉਹ ਕਹਿੰਦੇ ਵੀ ਡੈਡੀ ਉਹਨਾਂ ਨੂੰ ਵੀ ਉਹਨਾਂ ਨੇ 2-3 ਵਾਰੀ ਕਿਹਾ ਇਹ ਵੀ ਮੁੰਡੇ ਨੇ ਇੱਥੇ ਰਹਿਣਾ, ਇਹਨੂੰ ਬਾਹਰ ਭੇਜ ਦਿਓ। ਹੁਣ ਇਹ 3-4 ਮਹੀਨੇ ਹੋ ਗਏ ਵਿਹਲਾ ਰਹਿੰਦਾ। ਹਾਲਾਂਕਿ ਮੈਂ ਇੰਡੀਆ ਦੇ ਵਿੱਚ ਇੱਥੇ ਜਿੱਥੇ ਵੀ ਕੰਮ ਮਿਲਦਾ ਮੈਨੂੰ, ਉੱਥੇ ਮੈਂ ਲੇਬਰ ਹੀ ਕਰਦਾ, ਇਲੈਕਟ੍ਰੀਕਲ ਦਾ ਜਿੱਦਾਂ ਕੰਮ ਹੋ ਗਿਆ। ਪੱਕੀ ਮੇਰੀ ਜੋਬ ਹੈ ਨਹੀਂ ਹੈ। ਬਾਹਰ ਜਿੱਦਾਂ ਵਿਦੇਸ਼ 'ਚੋਂ ਆਇਆ ਸੀਗਾ, ਉਸ ਤੋਂ ਬਾਅਦ ਮੇਰੇ ਪਾਸਪੋਰਟ ਵੀ ਚੋਰੀ ਕਰ ਲਏ, 2 ਪਾਸਪੋਰਟ ਲੈ ਗਏ। ਕਿਹਨੇ ਚੋਰੀ ਕਰ ਲਏ? ਘਰ ਵਾਲੀ ਨੇ ਹੀ ਲੈ ਲਏ। ਚੋਰੀ ਕਰ ਲੈ ਕਿ ਸਾਂਭਣ ਨਹੀਂ ਦਿੱਤੇ ਤੁਸੀਂ? ਨਹੀਂ, ਉਹ ਉਹਨਾਂ ਨੇ ਕੱਢ ਲਏ, ਅਲਮਾਰੀ 'ਚੋਂ ਕੱਢ ਲਏ। ਮੰਮੀ ਜਿੱਦਾਂ ਡਿਊਟੀ ਜਾਂਦੇ ਸੀਗੇ। ਮੰਮੀ ਕੀ ਕੰਮ ਕਰਦੇ ਆ? ਆਸ਼ਾ ਵਰਕਰ ਹੈ। ਅੱਛਾ। ਹਾਂਜੀ। ਹੁਣ ਫਾਦਰ ਸਾਹਿਬ ਕੀ ਕਰਦੇ? ਫਾਦਰ ਸ਼ੌਪਕੀਪਰ ਹੈ, ਸਬਜ਼ੀ ਦਾ ਕੰਮ ਕਰਦੇ ਆ। ਹਾਂਜੀ। ਤਾਂ ਹੁਣ ਜਿੱਦਾਂ ਵੀ ਹੁਣ ਜਿਹੜੀ ਲੜਾਈ ਹੋਈ ਹੈ ਪਹਿਲੀ ਵਾਰ ਲੜਾਈ ਹੋਈ ਹੈ ਕਿ ਇਸ ਤੋਂ ਪਹਿਲਾਂ ਵੀ ਹੋਈਆਂ? ਇਸ ਤੋਂ ਪਹਿਲਾਂ ਜਿੱਦਾਂ ਇੱਕ ਦੋ ਕੁ ਵਾਰੀ ਲੜਾਈ ਹੋਈ ਹੈ, ਵਿਆਹ ਤੋਂ ਬਾਅਦ ਵੀ ਹੋਈ ਹੈ। ਉਹ ਜਿੱਦਾਂ ਸਹਿਮਤੀ ਨਾਲ ਅਰੇਂਜ ਮੈਰਿਜ ਹੈ ਕਿ ਲਵ ਮੈਰਿਜ? ਅਰੇਂਜ ਮੈਰਿਜ ਹੈ। ਕਿਹਨੇ ਕਰਾਇਆ ਸੀ ਵਿਆਹ? ਇਹ ਸਾਡੇ ਪਿੰਡ ਦੇ ਹੀ ਹੈ ਜੀ। ਉਹਨਾਂ ਨਾਲ ਨਹੀਂ ਕਦੀ ਗੱਲ ਕੀਤੀ? ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੂੰ 1 ਵਾਰੀ 2 ਵਾਰੀ 3 ਵਾਰੀ ਤੱਕ ਕਿਹਾ। ਉਹ ਕਹਿੰਦੇ ਕੋਈ ਨਹੀਂ, ਘਰ ਦਾ ਮਾਮਲਾ ਨੋਰਮਲ ਦੇ ਵਿੱਚ ਸਮਝ ਜਾਣਾ, ਕੋਈ ਗੱਲ ਨਹੀਂ, ਟਾਈਮ ਲੱਗੂ, ਥੋੜਾ ਹੋ ਜਾਣਾ ਸਹੀ। ਹੁਣ ਮੀਡੀਆ 'ਚ ਆ ਗਿਆ, ਹੁਣ ਨਾਰਮਲ ਰਹੇਗਾ? ਹਾਂਜੀ। ਹੁਣ ਮੀਡੀਆ 'ਚ ਤੁਸੀਂ ਗੱਲ ਲੈ ਕੇ ਆਏ ਹੋ, ਹੁਣ ਨਾਰਮਲ ਰਹੇਗਾ ਤੁਹਾਡਾ ਜਿਹੜਾ ਰਿਸ਼ਤਾ ਆ? ਸਰ ਜਦ ਸਾਡੀ ਸੁਣਵਾਈ ਨਹੀਂ ਹੋ ਰਹੀ ਹੈ, 15 ਬੰਦੇ ਆ ਕੇ ਜਿੱਦਾਂ ਮੰਮੀ ਡੈਡੀ ਨੂੰ ਜਿੱਦਾਂ ਮਾਰਦੇ ਆ, ਇਹ ਕਹਿੰਦੇ ਵੀ ਸਾਡਾ ਰਾਜ ਆ, ਅਸੀਂ ਕੁਝ ਵੀ ਕਰ ਸਕਦੇ ਆ। ਪਿੰਡ ਵਾਲਿਆਂ ਨੇ ਨਹੀਂ ਰੋਕਿਆ ਕਦੀ? ਪਿੰਡ ਵਾਲਿਆਂ ਨੂੰ ਅਸੀਂ ਕਈ ਵਾਰੀ ਕਹਿ ਚੁੱਕੇ ਆ, ਚੌਂਕੀ 'ਚ ਜਾਓ ਤਾਂ ਸਾਡੀ ਦਰਖਾਸਤ। ਉਦਣ ਵੀ ਮੰਮੀ ਉਹਨਾਂ ਨੂੰ ਸ਼ਹਿਰ ਭੇਜਤਾ, ਨਾ ਕਿਸੇ ਨੇ ਪੁੱਛਿਆ। ਉਹ ਕਹਿੰਦੇ ਮਾਤਾ ਇੱਦਾਂ ਕਰੋ, ਸ਼ਹਿਰ ਜਾਓ, ਤੁਸੀਂ ਸ਼ਹਿਰ ਦਰਖਾਸਤ ਦਿਓ। ਉਹ ਫਿਰ ਹਸਪੀਟਲ ਤੋਂ ਟਰਾਂਸਫਰ ਕਰਕੇ ਸਿਵਲ ਹਸਪੀਟਲ ਲੈ ਕੇ ਆ ਗਏ। ਹੁਣ ਮੰਮੀ ਹੁਣੀ ਤਾਂ ਪਹਿਲੇ ਬੀਪੀ ਦੇ ਜਿੱਦਾਂ ਮਰੀਜ਼ ਹੈ, ਉਹਨਾਂ ਨੂੰ ਤਾਂ ਉਦਣ ਵੀ ਪੰਚਾਇਤ ਹੋਈ, ਜਿੱਦਾਂ ਉਦਣ ਵੀ ਗਿਰ ਗਏ ਸੀਗੇ। ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਕਰਕੇ ਦੱਸੂਗੇ। ਫਿਰ ਰਾਤ ਨੂੰ ਹੁਣ ਲਾਸਟ ਟਾਈਮ ਜਿਹੜੀਆਂ 2-3 ਵਾਰੀ ਬੰਦੇ ਆਏ ਆ, 12-15 ਜਣੇ ਆਏ ਆ, ਉਹ ਘਰੇ ਆ ਕੇ ਇਹਨਾਂ ਨੂੰ ਧਮਕੀ ਦੇ ਕੇ ਗਏ, ਤੁਹਾਡਾ ਸਾਰਾ ਖਾਨਦਾਨ ਅੰਦਰ ਕਰਾ ਦੂੰਗੇ। ਕਿਸ ਗੱਲੋਂ? ਉਹ ਕਹਿੰਦੇ ਵੀ ਤੁਸੀਂ ਜਿਹੜੀਆਂ ਗੱਲਾਂ ਕਰਦੇ ਪਏ ਇੱਦਾਂ ਇਹ ਕੰਮ ਨਹੀਂ ਹੋਣਾ ਇੱਥੇ, ਜੇ ਤਾਂ ਤੁਸੀਂ ਆਪਸੀ ਸਹਿਮਤੀ ਨਾਲ ਰਹਿ ਸਕਦੇ ਠੀਕ ਹੈ। ਮੈਂ ਕਿਹਾ ਮੇਰਾ ਤਾਂ ਇਹੀ ਹੈ ਵੀ ਸਹਿਮਤੀ ਨਾਲ ਰਹਿੰਦੇ ਆ। ਜਿੱਦਾਂ ਮੈਂ ਬਾਹਰ ਜੋਬ ਕਰਦਾ ਸੀਗਾ, ਜਿੱਦਾਂ ਹੁਣ ਮੈਂ 3-4 ਮਹੀਨੇ ਘਰੇ ਬਾਹਰ ਹੈ, ਤੇ ਉਹ ਪਿੱਛੋਂ ਨਾਲ ਲੜਾਈ ਕਰਦੇ ਆ, ਆਪਣੀ ਸਹਿਮਤੀ ਨਾਲ ਰਹਿੰਦੇ ਆ। ਉਹਨਾਂ ਨੂੰ ਕੀ ਲੋੜ ਹੈ? ਮੰਮੀ ਤੁਹਾਡੇ ਕਿਤੇ ਕਦੇ ਮਾਤਾ ਪਿਤਾ ਨੇ ਤਾਂ ਨਹੀਂ ਉਹਨਾਂ ਨੂੰ ਪਰੇਸ਼ਾਨ ਕੀਤਾ ਕਿ ਕੋਈ ਦਹੇਜ ਤਾਂ ਨਹੀਂ ਮੰਗਿਆ, ਕੋਈ ਤੁਸੀਂ ਚੀਜ਼ ਤਾਂ ਨਹੀਂ ਮੰਗੀ ਉਹਨਾਂ ਤੋਂ? ਸਾਡਾ ਵਿਆਹ ਹੀ ਸਰ ਸਿੰਪਲ ਹੋਇਆ ਜਿਹੜਾ। ਅੱਛਾ, ਸਾਡਾ ਵਿਆਹ ਸਿੰਪਲ ਹੋਇਆ। ਅਸੀਂ ਖਰਚਾ ਨਹੀਂ ਕਰਵਾਇਆ ਉਹਨਾਂ ਦਾ? ਨਹੀਂ, ਅਸੀਂ ਨਾ ਕੋਈ ਲੈਣ ਦੇਣ ਕੀਤਾ, ਗਿਣਤੀ ਦੇ ਬੰਦੇ ਲੈ ਕੇ ਗਏ ਆ। ਅੱਛਾ। ਹਾਂਜੀ ਭਾਈ ਜੀ ਹੁਣ ਉਹ ਗੱਲ ਕਲੀਅਰ ਕਰੋ ਕਿ ਲਾਸਟ ਟਾਈਮ ਲੜਾਈ ਕਿਉਂ ਹੋਈ, ਔਰ ਤੁਸੀਂ ਜਿਵੇਂ ਦੱਸਿਆ ਕਿ ਤੁਹਾਡੇ ਮਦਰ ਦੀ ਕੁੱਟਮਾਰ ਹੋਈ ਹੈ, ਹਾਂਜੀ, ਉਹ ਕੀ ਸਥਿਤੀ ਸੀ, ਉਹ ਕੀ ਸਿਚੁਏਸ਼ਨ ਸੀ? ਜਦ ਮੰਮੀ ਹੁਣਾਂ ਦੀ ਲੜਾਈ ਹੋਈ ਸੀਗੀ। ਹਾਂਜੀ, ਜਦ ਮੰਮੀ ਹੁਣਾਂ ਦੀ ਲੜਾਈ ਹੋਈ ਹੈ ਤਾਂ ਮੰਮੀ ਹੁਣੀ ਜਿੱਦਾਂ ਡੈਰੀ ਲੈਣ ਆਏ ਸੀਗੇ ਘਰੇ, ਤਾਂ ਆਸ਼ਾ ਵਰਕਰ ਉਹ ਕਹਿੰਦੇ ਵੀ ਮੈਂ ਆਪਣੇ ਕਮਰੇ 'ਚੋਂ ਡੈਰੀ ਲੈਣੀ ਹੈ। ਉਹ ਕਹਿੰਦੇ ਮੇਰੇ ਕਮਰੇ 'ਚ ਨਾ ਆਓ। ਉਹਨਾਂ ਨੇ ਹਾਲਾਂਕਿ 3 ਕਮਰਿਆਂ ਤੇ ਆਲਰੇਡੀ ਕਬਜ਼ਾ ਕੀਤਾ, ਲੋਕ ਲੱਗੇ ਹੋ ਘਰੇ।
ਤੁਹਾਡੇ ਘਰ ਦੇ 3 ਕਮਰੇ ਤੇ ਤੁਹਾਡੀ ਮਿਸਿਸ ਦਾ ਕਬਜ਼ਾ ਹੈ? ਹਾਂਜੀ, 3 ਕਮਰੇ ਤੇ। ਦੇਖ ਲਓ, ਚੈੱਕ ਹੋ ਜਾਣਾ, ਬਾਅਦ ਝੂਠਦਾ ਨਹੀਂ। ਆ ਵੀਡੀਓ ਵੀ ਹੈਗੀ ਮੇਰੇ ਕੋਲ। ਅੱਛਾ, ਹਾਂਜੀ 3 ਕਮਰਿਆਂ ਤੇ ਤੁਹਾਡੀ ਮਿਸਿਸ ਦਾ ਕਬਜ਼ਾ। ਤੇ ਕਮਰੇ ਕਿੰਨੇ ਨੇ ਟੋਟਲ? 4 ਕਮਰੇ ਹੈ, ਇੱਕ 'ਚ ਮੰਮੀ ਡੈਡੀ ਰਹਿੰਦੇ ਆ। ਬਾਕੀ 3 ਤੁਹਾਡੀ ਮਿਸਿਸ ਕੋ ਆ। ਹਾਂਜੀ। ਤੁਸੀਂ ਕਿੱਥੇ ਰਹਿੰਦੇ ਫਿਰ? ਮੈਂ ਤਾਂ ਸਰ ਕੰਮ ਤੇ ਹੁੰਦਾ ਜਿੱਦਾਂ। ਰਾਤ ਨੂੰ ਆ ਕੇ ਕਿੱਥੇ ਸੌਂਦੇ? ਰਾਤ ਨੂੰ ਮੈਂ ਬਾਹਰ ਹੀ ਰਹਿੰਦਾ। ਮੈਨੂੰ ਤਾਂ 3 ਮਹੀਨੇ ਤੋਂ ਹੋ ਗਏ, ਇਹਨਾਂ ਨੇ ਮੈਨੂੰ ਕੰਪਲੇਂਟ ਤਾਂ ਪਹਿਲਾਂ ਤੁਹਾਨੂੰ ਲਿਖਾਣੀ ਚਾਹੀਦੀ ਸੀਗੀ। ਹਾਂਜੀ, ਕੰਪਲੇਂਟ ਤਾਂ ਪਹਿਲਾਂ ਤੁਹਾਨੂੰ ਲਿਖਾਣੀ ਚਾਹੀਦੀ ਸੀ। ਸਾਰਿਆਂ ਤੋਂ ਪਹਿਲਾਂ ਪਰਚਾ ਮੇਰਾ ਹੀ ਸੀਗਾ। ਅੱਛਾ, ਤੁਸੀਂ ਕਰਵਾਇਆ? ਹਾਂਜੀ, ਸਾਰਿਆਂ ਤੋਂ ਪਹਿਲਾਂ ਮੇਰਾ ਸੀਗਾ, ਫਿਰ ਪੰਚਾਇਤ 'ਚ ਫੈਸਲਾ ਹੋ ਗਿਆ ਸੀਗਾ। ਹਾਂਜੀ, ਫੈਸਲੇ ਵਿੱਚ ਕੀ ਲਿਖਾਇਆ ਗਿਆ ਸੀ? ਕੀ ਗੱਲ ਹੋਈ ਸੀ? ਫੈਸਲੇ ਦੇ ਵਿੱਚ ਜ਼ਬਾਨੀ ਹੋਇਆ ਸੀਗਾ, ਜਿੱਦਾਂ ਉਹਨਾਂ ਦੀ ਪੰਚਾਇਤ ਸੀਗੀ, ਸਾਡੀ 'ਚ ਪੰਚਾਇਤ ਸੀਗੀ। ਉਹਦੇ ਵਿੱਚ ਇਹੀ ਦੱਸਿਆ ਵੀ ਤੁਸੀਂ ਲੜਾਈ ਝਗੜਾ ਨਹੀਂ ਕਰਨਾ। ਉਹ ਕਹਿੰਦੀ ਕੋਈ ਗੱਲ ਨਹੀਂ, ਮੈਨੂੰ ਹੋਰ ਕਿਸੇ ਗੱਲ ਦੀ ਨਹੀਂ, ਨਾ ਮੇਰੇ ਨਾਲ ਲੜਾਈ ਕੋਈ ਝਗੜਾ ਕਰੇ। ਤਾਂ ਅਸੀਂ ਕਿਹਾ ਅਸੀਂ ਤਾਂ ਲੜਾਈ ਝਗੜਾ ਕਰਦਾ ਨਹੀਂ। ਉਹਨਾਂ ਨੇ ਮੰਗ ਕੀ ਰੱਖੀ ਸੀ ਉਸ ਪੰਚਾਇਤ 'ਚ? ਉਹਨਾਂ ਨੇ ਇਹ ਮੰਗ ਰੱਖੀ ਹੈ ਵੀ ਮੈਂ ਇੱਥੇ ਰਹਿਣਾ, ਵੀ ਮੈਂ ਇੱਥੇ ਰਹਿਣਾ, ਵੀ ਤੁਹਾਡੇ ਨਾਲ ਸਾਰਿਆਂ ਦੇ ਨਾਲ ਮਿਲ ਕੇ ਰਹੂੰਗੀ, ਮਿਲ ਕੇ ਰਹੂੰਗੀ ਜਿੱਦਾਂ ਕਿ ਫਿਰ ਮਿਲ ਕੇ ਰਹੂੰਗੀ। ਫਿਰ ਉਸ ਤੋਂ ਬਾਅਦ ਮਿਲ ਕੇ ਰਹੂੰਗੀ, ਉਹ ਤਾਂ ਠੀਕ ਹੈ। ਮੰਗ ਕੀ ਰੱਖੀ ਹੋਰ? ਉਹਨਾਂ ਨੇ ਮੰਗ ਤਾਂ ਇਹੀ ਰੱਖੀ ਹੈ ਵੀ ਤੂੰ ਇੱਕ ਵਾਰੀ ਬਾਹਰ ਚੱਲ ਜਾ, ਵੀ ਇੰਡੀਆ 'ਚ ਤੇਰੀ ਜੋਬ ਨਹੀਂ ਲੱਗਦੀ ਹੈ ਬਾਹਰ। ਹੁਣ ਮੈਂ ਸਰ ਕਿੱਦਾਂ ਜਾਵਾਂ? ਤਾਂ ਮਤਲਬ ਸਥਿਤੀ ਇਹ ਆ ਜਿਵੇਂ ਦੱਸ ਰਹੇ ਨੇ ਕਿ ਘਰ 'ਚ ਕਲੇਸ਼ ਇਸ ਕਰਕੇ ਆ ਕਿ ਮੇਰਾ ਪਤੀ ਬਾਹਰ ਕਿਉਂ ਨਹੀਂ ਜਾਂਦਾ। ਕੋਈ ਹੋਰ ਐਂਗਲ ਤਾਂ ਨਹੀਂ ਲੱਗਦਾ ਤੁਹਾਨੂੰ? ਹੋ ਸਕਦਾ ਸਰ, ਕਿਉਂਕਿ ਉਹਨਾਂ ਨੂੰ ਮੈਂ ਕਈ ਵਾਰ ਕਿਹਾ ਵੀ ਰਾਤ ਨੂੰ ਤਾਂ ਫੋਨ ਤੇ ਆਪਾਂ ਜਿੱਦਾਂ ਗੱਲ ਕਰ ਨਹੀਂ ਸਕਦੇ, ਇੰਨੀ ਟਾਈਮ ਕਿਹਨਾਂ ਨਾਲ ਗੱਲ ਕਰਦੇ? ਕਹਿੰਦੇ ਆਪਣੇ ਮਾਂ ਬਾਪ ਨਾਲ ਹੀ ਕਰਦੇ। ਤੁਸੀਂ ਆਪਣੇ ਸੱਸ ਸਹੁਰੇ ਨੂੰ ਪੁੱਛਿਆ ਕਿ ਤੁਹਾਨੂੰ ਕਾਲ ਕਰਦੇ ਕਿ ਨਹੀਂ? ਹਾਂ, ਮੈਂ ਉਹਨਾਂ ਨੂੰ ਪੁੱਛਿਆ। ਉਹ ਕਹਿੰਦੇ ਅਸੀਂ ਸਾਡੇ ਨਾਲ ਗੱਲ ਕਰਦੇ। ਮੈਂ ਕਿਹਾ ਇੰਨੀ ਰਾਤ ਦਾ ਮਤਲਬ ਨਹੀਂ ਬਣਦਾ। ਉਹ ਕਹਿੰਦੇ ਸਾਡੀ ਧੀ ਆ, ਅਸੀਂ ਜਿੱਦਾਂ ਮਰਜ਼ੀ ਗੱਲ ਕਰੀਏ, ਚਾਹੇ ਰਾਤ ਨੂੰ ਕਰੀਏ ਚਾਹੇ ਦਿਨ ਨੂੰ ਕਰੀਏ। ਕਿ ਤੁਹਾਡੇ ਮਨ ਦੀ ਸਥਿਤੀ ਕੀ ਹੈ ਜਦੋਂ ਇਦਾਂ ਦੀ ਗੱਲਾਂ ਸੁਣਦੇ ਆ? ਇੱਦਾਂ ਦੀਆਂ ਸਰ ਜਦ ਗੱਲਾਂ ਸੁਣਦੇ ਆ ਫਿਰ ਵੀ ਆਪਣੇ ਆਪ ਨੂੰ ਦਿਮਾਗ ਤੇ ਹੈਡੇਕ ਜ਼ਿਆਦਾ ਹੀ ਬਣ ਜਾਂਦੀ ਹੈ, ਕਿਉਂਕਿ ਮਾਨਸਿਕ ਪਰੇਸ਼ਾਨੀ ਹੁੰਦੀ? ਮਾਨਸਿਕ ਪਰੇਸ਼ਾਨੀ ਤਾਂ ਹੈਗੀ ਹੈ। ਪਹਿਲਾਂ ਵੀ ਬਾਹਰ ਸੀਗੇ, ਜਿੱਦਾਂ ਉੱਥੇ ਤਾਂ ਜ਼ਿਆਦਾ ਸੀਗੀ, ਕਰੋਨਾ ਕਰਕੇ ਤਾਂ ਉੱਦਾਂ ਟੈਨਸ਼ਨਾਂ ਜ਼ਿਆਦਾ ਹੁਣ ਵਧੀਆਂ। ਮਦਰ ਕਿਵੇਂ ਹੈ ਤੁਹਾਡੇ? ਉਹਨਾਂ ਦੇ ਕੀ ਤੁਸੀਂ ਸੱਟ ਕਿੱਥੇ ਲੱਗੀ ਦੱਸ ਰਹੇ ਸੀ? ਮੇਰੀ ਮੰਮੀ ਉਹਨਾਂ ਦੇ ਜਿੱਦਾਂ ਇੱਥੇ ਅੰਗੂਠੇ ਤੇ ਇੱਥੇ ਟੱਕ ਲੱਗਿਆ ਤੇ ਉਹਨਾਂ ਦਾ ਗਲਾ ਫੜਿਆ, ਨਹਿ ਵੱਜਿਓ, ਫਿਰ ਉਹਨਾਂ ਦੀ ਛਾਤੀ ਤੇ ਅੰਦਰ ਗੁੱਜੀਆਂ ਸੱਟਾਂ ਵੱਜੀਆਂ, ਲੱਤ ਤੇ ਵੱਜੀਆਂ। ਉਹ ਜਦੋਂ ਆਪਣੀ ਕਿਤਾਬ ਲੈਣ ਆ ਰਹੇ ਸੀਗੇ ਤਾਂ ਕੀ ਉਸ ਤੋਂ ਬਾਅਦ ਕੀ ਹੋਇਆ? ਜਦੋਂ ਉਹ ਕਿਤਾਬ ਲੈਣ ਆ ਰਹੇ ਸੀਗੇ, ਇਹਨਾਂ ਦੀ ਆਪਸ 'ਚ ਗੱਲਬਾਤ ਹੋਈ। ਉਹ ਕਹਿੰਦੀ ਵੀ ਮੈਂ ਆਪਣੇ ਕਮਰੇ 'ਚੋਂ ਕਿਤਾਬ ਲੈਣੀ ਆ। ਉਹ ਕਹਿੰਦੇ ਨਹੀਂ, ਇਹ ਕਮਰੇ 'ਚ ਨਹੀਂ ਜਾਣਾ। ਮੰਮੀ ਉਹਨਾਂ ਨੇ ਗੱਲਬਾਤ ਕੀਤੀ, ਉਹਨਾਂ ਨੇ ਜਿੱਦਾਂ ਇਹਨਾਂ ਨੂੰ ਪੁੱਛਅਪ ਕੀਤਾ, ਮੰਮੀ ਕਹਿੰਦੇ ਵੀ ਨਹੀਂ, ਉਹ ਜਿੱਦਾਂ ਪੁੱਛਅਪ ਕੀਤਾ ਉਹ ਥੱਲੇ ਗਿਰ ਗਏ। ਬਾਅਦ 'ਚ ਮੰਮੀ ਨੇ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ। ਉਹ ਤਾਂ ਸਿਆਣੇ ਸੀਗੇ, ਤਾਂ ਇਹਨਾਂ ਨੇ ਝਗੜਾ ਹੋ ਗਿਆ। ਹਾਂਜੀ, ਉਹਨਾਂ ਨੇ ਕੀ ਕੀਤਾ, ਉਹਨਾਂ ਦੇ ਹੱਥ ਪਤਾ ਨਹੀਂ ਕਿਆ ਚੀਜ਼ ਆਈ ਆ, ਪਹਿਲਾਂ ਹੱਥ ਤੇ ਵੱਜੀ, ਫਿਰ ਗਲਾ ਦਬਾਤਾ, ਫਿਰ ਛਾਤੀ ਭੰਨੀ ਹੈ। ਫਿਰ ਮੰਮੀ ਹੁਣੀ ਜਿੱਦਾਂ ਆਵਾਜ਼ ਕਰਦੇ ਸੀਗੇ, ਮਹੱਲੇ ਦੇ ਵਿੱਚ ਤਾਂ ਘਰ ਥੋੜ੍ਹੇ ਦੂਰ ਹੈ, ਤਾਂ ਫਿਰ ਉੱਧਰੋਂ ਸਾਡੇ ਚਾਚੇ ਹੁਣੀ ਹੈ, ਉਹਨਾਂ ਦੇ ਘਰ ਦੇ ਆਏ। ਫਿਰ ਨਾਲ ਲੈ ਕੇ ਇਹਨਾਂ ਨੇ ਜਦ ਗਲੀ 'ਚ ਹਾਕਾਂ ਮਾਰੀਆਂ, ਆਵਾਜ਼ਾਂ ਮਾਰੀਆਂ ਵੀ ਬਚਾਓ, ਫਿਰ ਉਹ ਨਾਲ ਲੈ ਕੇ ਫਿਰ ਹਸਪੀਟਲ ਲੈ ਕੇ ਗਏ ਆ। ਤੇ ਮਹੱਲੇ ਵਾਲੇ ਤੁਹਾਡੇ ਚਾਚੇ ਜਿਹੜੇ ਨੇ ਉਹ ਗਵਾਹੀ ਦੇਣ ਨੂੰ ਤਿਆਰ ਨੇ? ਹਾਂਜੀ। ਤੇ ਹੁਣ ਇੱਕ ਵਾਰੀ ਤੁਹਾਡੇ ਮਦਰ ਨੂੰ ਦੇਖ ਲਈ ਕਿੱਥੇ? ਹਾਂਜੀ। ਚਲੋ ਆਓ ਦੋਸਤੋ, ਇਹਨਾਂ ਦੀ ਇੱਕ ਵਾਰੀ ਮਦਰ ਨੂੰ ਦੇਖਦੇ ਹਾਂ, ਕਿਉਂਕਿ ਉਹ ਵੀ ਆਪਣਾ ਪੱਖ ਰੱਖਣਾ ਚਾਹੁੰਦੇ ਆ। ਤਾਂ ਹੁਣ ਇਹਨਾਂ ਦੇ ਮਦਰ ਨਾਲ ਗੱਲਬਾਤ ਕਰਾਉਂਦੇ ਹਾਂ। ਸੂਰਯ ਪ੍ਰਤਾਪ ਦੇ ਕਹੇ ਮੁਤਾਬਿਕ ਅਸੀਂ ਹਸਪੀਟਲ ਦੇ ਅੰਦਰ ਆਏ ਹਾਂ ਤੇ ਇਹਨਾਂ ਦੇ ਮਾਤਾ ਜੀ ਇੱਥੇ ਐਡਮਿਟ ਨੇ। ਮਾਤਾ ਜੀ, ਸੂਰਯ ਪ੍ਰਤਾਪ ਨੇ ਦੱਸਿਆ ਕਿ ਤੁਹਾਡੀ ਜਿਹੜੀ ਨੂੰਹ ਆ ਉਹਦੇ ਨਾਲ ਤੁਹਾਡੇ ਨਾਲ ਜਿਹੜੀ ਕੁੱਟਮਾਰ ਕੀਤੀ, ਕੀ ਗੱਲ ਸੱਚ ਹੈ? ਹਾਂਜੀ, ਸੱਚ ਹੈ ਜੀ। ਤੇ ਮੈਨੂੰ ਜੀ ਪਿਛਲੇ ਮਹੀਨੇ 23 ਤਰੀਕ ਨੂੰ ਵੀ ਮੈਨੂੰ ਬਹੁਤ ਜ਼ਿਆਦਾ ਕੁੱਟਿਆ। ਕੁੱਟਦੀ ਕਿਉਂ ਜੀ? ਕੁੱਟਦੀ ਆਈ, ਮੇਰੇ ਕੋਲ ਆਈ, ਕਹਿੰਦੀ ਮੇਰੀਆਂ ਬਾਲੀਆਂ ਦੇ ਦੇ। ਮੈਂ ਕਿਹਾ ਤੇਰੀਆਂ ਬਾਲੀਆਂ ਨਾ ਵੀ ਮੇਰੇ ਕੋਲ ਹੈ ਨਹੀਂ। ਤਾਂ ਜਿੱਦਣ ਛੁੱਟੀਆਂ ਸੀਆਂ ਨਾ, ਜਿੱਦਣ ਛੁੱਟੀਆਂ ਲੜਾਈ ਇਹਨਾਂ ਨੇ ਕੀਤੀ ਆਪਸ ਵਿੱਚ, ਤੇ ਇਹਨੇ ਸਾਰੇ ਚੱਕ ਕੇ ਨਾ, ਜਿੱਦਾਂ ਸਾਡਾ ਸੈੱਟ ਮੋੜਿਆ ਉਹ ਸਾਰੇ ਚੱਕ ਕੇ ਇਹਨੇ ਜਿੱਥੋਂ ਲਏ ਸੀ ਅਸੀਂ ਕਰਜ਼ੇ ਚੱਕ ਕੇ ਉੱਥੇ ਨਹੀਂ ਵਾਪਸ ਕਰ ਦਿੱਤੇ। ਤੇ ਉਸ ਤੋਂ ਬਾਅਦ ਮੈਂ ਸਵੇਰ ਦਾ ਖਾਣਾ ਬਣਾ ਕੇ ਦੁਕਾਨ ਤੇ ਰੋਟੀ ਦੇ ਕੇ ਘਰ ਆਈ ਤੇ ਆਂਦੀ ਨੂੰ ਮੈਨੂੰ ਘੇਰ ਲਿਆ। ਮੈਂ ਬੁੱਧਵਾਰ ਨੂੰ ਆਪਣੀ ਸੂਰਯ ਪ੍ਰਤਾਪ ਕਹਿ ਰਹੇ ਤੁਸੀਂ ਆਪਣੀ ਕੋਈ ਕਾਪੀ ਲੈਣ ਆਏ ਸੀ? ਆਪਣੀ ਡਾਇਰੀ, ਹਾਂ ਮੈਂ ਹਸਪੀਟਲ ਆਸ਼ਾ ਵਰਕਰ ਹਾਂ, ਮੈਂ ਡਾਇਰੀ ਲੈ ਕੇ ਡਰੋ ਨਾ, ਘਬਰਾਓ ਨਾ, ਖੁੱਲ ਕੇ ਗੱਲ ਕਰੋ। ਕੰਮ ਦੇਣਾ, ਸ਼ਿਵਰ ਵੀ ਕਰ ਰਹੇ ਨੇ, ਘਬਰਾ ਰਹੇ ਨੇ। ਸੁਪਰਵਾਈਜ਼ਰ ਆਪਣੀ ਮੈਡਮ ਰੋਸੋਨ ਨੇ ਕਿਹਾ ਵੀ ਆਸ਼ਾ ਤੁਹਾਨੂੰ ਮਹੀਨੇ ਦਾ ਕੰਮ ਦੇ ਦਿਓ। ਤੇ ਮੈਂ ਡਾਇਰੀ ਲੈਣ ਘਰ ਆਈ, ਕਹਿੰਦੀ ਮੈਂ ਕਿਹਾ ਤੂੰ ਮੇਰੇ ਕਮਰੇ 'ਚ ਕਿਉਂ ਆਈ, ਮੈਨੂੰ ਡਰ ਲੱਗਦਾ। ਕਹਿੰਦੀ ਮੈਂ ਆਉਣਾ ਨਹੀਂ, ਕਹਿੰਦੀ ਆ ਨਹੀਂ ਸਕਦੀ, ਕਹਿੰਦੀ ਮੈਨੂੰ ਦੁੱਧ ਦੇ ਦੇ। ਮੈਂ ਮੇਰੇ ਕੋਲ ਕੋਈ ਚੀਜ਼ ਨਹੀਂ ਹੈ, ਜਾਂ ਮੇਰੇ ਨਾਂ ਤੇਰਾ ਤਲਕ ਨਹੀਂ ਹੈ, ਮੈਂ ਨਹੀਂ ਦਊਂਗੀ ਕੁਛ ਵੀ। ਫਿਰ ਮੈਨੂੰ ਗਲ 'ਤੇ ਆਹ ਚੀਜ਼ 'ਤੇ ਮੈਨੂੰ ਫੜ ਲਿਆ, ਬਹੁਤ ਜ਼ੋਰ ਨਾਲ ਫੜਿਆ, ਪਿੱਛੋਂ ਫੜਿਆ, ਜਿੱਦਾਂ ਮੈਂ ਛੁੱਟ ਨਹੀਂ ਸਕੀ। ਫਿਰ ਮੈਂ ਉਹਨੇ ਮੇਰੇ ਬਾਲ ਫੜ ਲਏ, ਇੱਦਾਂ ਬਾਲ ਤੋਂ ਤੇ ਉਸਨੇ ਹੀ ਮੇਰੇ ਬਾਲ ਫੜੇ, ਮੈਨੂੰ ਨਾ ਪਟਕਾ ਕੇ ਕੰਧ 'ਚ ਮਾਰਿਆ
आ सट लगी थे। चलो घबराओ ना, गल करो चंगी तरह दसो। फिर बाद में उसने ना मेरे को ऐसे फड़ा चाकू, पंजाबी च कर। हाँ चाकू है साडे टेबल पर पिया उत्थे कोल ही। ਉਹ ਚਾਕੂ ਜਿੱਦਾਂ ਚੱਕਿਆ ਨਾ, ਮੈਂ ਪੂਰੇ ਜ਼ੋਰ ਨਾਲ ਖਿੱਚ ਲਿਆ, ਉਹਦੀ ਨੁੱਕਰ ਇੱਥੇ ਲੱਗ ਗਈ। ਉਸ ਟਾਈਮ ਬਹੁਤ ਜ਼ਿਆਦਾ ਖੂਨ ਜਾਂਦਾ ਹੈ। ਤੇ ਆ ਮੇਰੇ ਨਾ ਮੋਢਾ ਦੁਆਰਾ ਟੁੱਟ ਗਿਆ। ਆ ਬਾਂਹ ਨਾ ਪਿਛਲੇ ਮਹੀਨੇ 23 ਤਰੀਕ ਵੀ ਤੋੜੀ ਸੀ। ਤੇ ਆ ਛਾਤੀ ਮੈਂ ਨਾ ਪਾਸੇ ਰਹਿਣ ਦਿਓ, ਇੱਥੇ ਆ ਮੈਂ ਜੈਂਪਰ ਮੇਰੇ ਹੱਥ ਕੁਛ ਨਹੀਂ ਆਇਆ। ਫਿਰ ਮੇਰੇ ਕੋਲ ਝਾੜੂ ਆਇਆ, ਜਿੱਦਾਂ ਝਾੜੂ ਮੈਂ ਮਾਰਨ ਲੱਗੀ ਉਸਨੇ ਮੇਰੇ ਨਾ ਆਈ ਜੈਂਪਰ ਫੜ ਕੇ ਨਾ ਐਂ ਕਰਕੇ ਮੇਰਾ ਗਲਾ। ਉਹ ਜੈਂਪਰ ਹੈ। ਹਾਂਜੀ 10 ਮਿੰਟ ਮੈਂ ਬਹੁਤ ਜ਼ਿਆਦਾ ਲੜਾਈ। ਇੱਕ ਵਾਰ ਤਾਂ ਮੈਂ ਥੱਲੇ ਡਿੱਗ ਗਈ, ਫਿਰ ਮੈਂ ਉੱਠੀ, ਫਿਰ ਮੈਂ दौड़ के फिर उसने फिर मेरे को बालन से पकड़ कर ना मेरे पेट में ना गुज्जी पता नहीं लात मारी, मेरे को पता नहीं लगा। मेरे ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ? मैं चाहती भाई मैं मेरे घर च ना रहे, मैं नहीं रह सकती उस घर च, मेरे को डर बहुत ਜੋ लगता ਇੱਕ ਚੀਜ਼ ਹੋਰ ਕਹਿੰਦੇ ਨੇ, ਜਿਵੇਂ ਸੂਰਯ ਪ੍ਰਤਾਪ ਨੇ ਦੱਸਿਆ ਕਿ ਸੂਰਯ ਪ੍ਰਤਾਪ ਵਿਦੇਸ਼ ਚਲੇ ਜਾਵੇ, ਇੱਥੇ ਨਾ ਰਵੇ, ਇਹ ਗੱਲ ਸੱਚ ਹੈ? हाँ जी ये कहती है। ये शुरू तो उस दिन ते ही लड़ाई शुरू की साढ़े घर। उस रात ਨੂੰ ही उसने इतनी लड़ाई की। मेरे ऊपर कमरे में सोते हैं कोठे पर, वो ये सुता वा रात 12 बजे दी ना, बनैन फड़ के काली बनैन है सारी लीरा कर दी। इसने दो झंडे मारे। ਨਸ਼ੇ ਕਰਦਾ ਤੁਹਾਡਾ ਮੁੰਡਾ? नहीं नशे असी रात स्वामी है। ਤੇ ਇਹ ਤਾਂ ਰਾਧੇ ਕ੍ਰਿਸ਼ਨ ਬਿੰਦਰਾਵਨ ਮੈਂ ਰਾਧ ਸਵਾਮੀ ਹਾਂ। ਤੇ ਇਹ ਸਾਡੇ ਕੋਲ ਜਲਦੀ ਆ ਗਏ, ਹੇਠਾਂ ਨੱਠੇ ਆਏ ਰਾਤ 12 ਵਜੇ। ਜੇ ਤੁਹਾਡਾ ਮੁੰਡਾ ਇੱਕ ਹੋਰ ਗੱਲ ਕਹਿੰਦਾ ਕਿ 3 ਕਮਰੇ ਤੇ ਉਹਨਾਂ ਨੇ ਕਬਜ਼ਾ ਕੀਤਾ, ਇਹ ਗੱਲ ਸਹੀ ਹੈ? 3 ਕਮਰੇ ਮੇਰੀ ਨਾਲ ਦੀ ਬੈਠਕ ਸੀ, ਉਹ ਲੈ ਲਈ ਪੰਚਾਇਤ ਵਿੱਚ। ਕਹਿੰਦੀ ਮੈਂ ਉੱਥੇ ਲਿਖ ਕੇ ਕੁਛ ਤੁਹਾਡੀ ਨਹੀਂ। ਪੰਚਾਇਤ ਨੇ ਕਦੀ ਤੁਹਾਡਾ ਸਾਥ ਨਹੀਂ ਦਿੱਤਾ? 4 ਪੇਪਰ ਦੇਤੇ, ਮੈਨੂੰ ਕੁੱਟਿਆ ਬਹੁਤ ਪਹਿਲੀ ਵਾਰ ਵੀ। ਐਤਕੀ ਤਾਂ ਮੈਨੂੰ ਜਾਨ ਤੇ ਹਮਲਾ ਹੋ ਗਿਆ। ਫਿਰ ਮੈਂ ਦੌੜ ਕੇ ਨਾ ਆਪਣੇ ਦੇਵਰ ਦੇ ਘਰ ਕੁੰਡਾ ਜ਼ੋਰ ਦੀ ਖੜਕਾਇਆ ਤੇ ਮੈਂ ਨਾ ਬਚਾ ਲਓ, ਮੈਂ ਨੰਗੀ ਥੀ। ਫਿਰ ਸਾਡੀ ਉਹ ਬੇਟੀ ਕੁੜੀ आई मेरी भतीजी, उसने मेरी चुन्नी मेरे ऊपर दे दी। अब मेरी आ चीज़ छोड़े नहीं, मेरा ढिड तोड़ दिया। ਹੌਸਲਾ ਕਰੋ ਜੀ। ਤੇ ਉਸਨੇ ਬਾਈ ਜੀ ਹੁਣ ਤੁਸੀਂ ਦੱਸੋ, ਲਾਸਟ ਮਾਤਾ ਜੀ ਤਾਂ ਇਮੋਸ਼ਨਲ ਹੋ ਗਏ, ਜਜ਼ਬਾਤੀ ਹੋ ਗਏ ਆ, ਦੱਸੋ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਤਾਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਆ। ਪ੍ਰਸ਼ਾਸਨ 'ਚ ਅਸੀਂ ਹਾਲਾਂਕਿ ਕਿੰਨੀ ਵਾਰੀ ਜਾ ਚੁੱਕੇ ਆ। SSP ਆਫਿਸ ਵੀ ਅਸੀਂ 2 ਮੰਮੀ ਵੱਲੋਂ ਦਰਖਾਸਤ ਚੱਲ ਗਈ ਹੈ, ਹਾਲੇ ਤੱਕ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੈ। ਹੁਣ ਜਿੱਦਾਂ ਦੀ ਸਿਚੁਏਸ਼ਨ ਹੈ, ਅੱਜ ਇਹਨਾਂ ਦੇ ਮਾਰਤਾ, ਕੱਲ੍ਹ ਨੂੰ ਕਿਸੇ ਤੇ ਹੋਰ ਤੇ ਵੀ ਅਟੈਕ ਹੋ ਸਕਦਾ ਜੀ। ਨਹੀਂ ਹੁਣ ਫਿਰ ਤੁਸੀਂ ਬਾਹਰ ਜਾਣਾ ਚਾਹੋਗੇ, ਜਿੱਦਾਂ ਉਹ ਕਹਿੰਦੇ ਨੇ, ਜਿਵੇਂ ਤੁਸੀਂ ਦੱਸਦੇ ਹੋ ਹਾਂਜੀ, ਕਿ ਇੱਥੇ ਰਹਿਣਾ ਚਾਹੋਗੇ, ਜਾਂ ਹੁਣ ਤੁਸੀਂ ਡਿਵੋਰਸ ਚਾਹੁੰਦੇ ਹੋ ਕਿ ਉਹਨਾਂ ਨੂੰ ਵਾਪਸ ਵਸਾਉਣਾ ਚਾਹੁੰਦੇ ਹੋ? ਨਹੀਂ ਅਸੀਂ ਤਾਂ ਵਸਾਉਣਾ ਚਾਹੁੰਦੇ ਸੀਗੇ, ਉਹ ਵੱਸਦੇ ਨਹੀਂ ਹੈ। ਠੀਕ ਹੈ ਜੀ, ਜਿੱਦਾਂ ਮੈਂ ਕੰਮ ਕਰਦਾ ਸੀਗਾ, ਅਸੀਂ ਤਾਂ ਕਹਿੰਦੇ, ਮੈਂ ਕਿਹਾ ਜਿੱਥੇ ਮੈਂ ਜੋਬ ਕਰਦਾ ਉੱਥੇ ਰਹਿੰਦੇ ਆ, ਇਹਨਾਂ ਨੂੰ ਤੰਗ ਪਰੇਸ਼ਾਨ ਕਰਨੇ ਦੀ ਲੋੜ ਨਹੀਂ ਹੈ। ਹੁਣ ਇਹਨਾਂ ਤੇ 2-3 ਵਾਰ ਅਟੈਕ ਹੋ ਗਏ ਆ, ਸਾਰੇ ਇਕੱਠੇ ਹੋ ਕੇ ਆਉਂਦੇ ਆ, ਡਰਾਉਂਦੇ ਆ, ਚਲੇ ਜਾਂਦੇ ਆ। ਹੁਣ ਇਹਨਾਂ ਦੀ ਕੋਈ ਇਨਸਾਫ ਦਿੱਤਾ ਜਾਵੇ ਜਿੱਦਾਂ ਕਿ। ਚਲੋ ਬਹੁਤ ਸ਼ੁਕਰੀਆ ਜੀ। ਪਰ ਮੈਂ ਲਾਸਟਲੀ ਫਿਰ ਇੰਨਾ ਹੀ ਕਹਿਣਾ ਚਾਹੂੰਗਾ, ਵੀਡੀਓ ਰੈਪ ਅਪ ਕਰਨ ਤੋਂ ਪਹਿਲਾਂ, ਕਿ ਇਹਨਾਂ ਦਾ ਪੱਖ ਸੁਣ ਲਿਆ। ਅਸੀਂ ਜ਼ਰੂਰ ਚਾਹੁੰਦੇ ਸੀ ਕਿ ਇਹਨਾਂ ਦੇ ਮਿਸਿਸ ਦਾ ਵੀ ਪੱਖ ਸੁਣੀਏ, ਬਟ ਉਹਨਾਂ ਦਾ ਫੋਨ ਪਿਛਲੇ ਲੰਬੇ ਸਮੇਂ ਤੋਂ ਸਵਿਚ ਆਫ ਆ ਰਿਹਾ, ਇਸ ਕਰਕੇ ਸਾਡੀ ਜਿਹੜੀ ਉਹਨਾਂ ਨਾਲ ਗੱਲਬਾਤ ਨਹੀਂ ਹੋ ਸਕੀ। ਲੇਕਿਨ ਜਿਵੇਂ ਇਹਨਾਂ ਨੇ ਕਿਹਾ ਕਿ ਕਾਰਵਾਈ ਨਹੀਂ ਹੋ ਰਹੀ, ਪਰ ਇਹ ਨੌਜਵਾਨ ਨੇ, ਇਹਨਾਂ ਨੇ ਵਾਰ-ਵਾਰ ਇਹੀ ਕਿਹਾ ਕਿ ਮੈਂ ਆਪਣੇ ਮਾਤਾ ਪਿਤਾ ਨਾਲ ਰਹਿਣਾ ਚਾਹੁੰਦਾ, ਮੇਰੀਆਂ ਭੈਣਾਂ ਵਿਆਹੀਆਂ ਹੋਈਆਂ ਨੇ, ਔਰ ਮੈਂ ਆਪਣੀ ਵਾਈਫ ਨੂੰ ਇਹ ਵਾਰ-ਵਾਰ ਸਮਝਾ ਰਿਹਾ ਕਿ ਅਸੀਂ ਆਪਣੇ ਮਾਤਾ ਪਿਤਾ ਦੇ ਨਾਲ ਹੀ ਰਹਿਣਾ, ਕਿਉਂਕਿ ਇਹੀ ਸਾਡਾ ਗਹਿਣਾ ਨੇ, ਇਹੀ ਸਾਡਾ ਟਰੈਜਰ ਹੈ। ਅਸੀਂ ਇਹਨਾਂ ਦੀ ਸੇਵਾ ਕਰਨੀ ਹੈ। ਇਹਨਾਂ ਨੇ ਕਿਹਾ ਕਿ ਜ਼ਮੀਨ ਦੀ ਮੈਨੂੰ ਲਾਲਸਾ ਨਹੀਂ, ਔਰ ਮੈਂ ਇੱਥੇ ਰਹਿਣਾ ਚਾਹੁੰਦਾ ਤਾਂ ਮੈਂ ਇਹਨਾਂ ਨਾਲ ਹੀ ਰਹੂੰਗਾ। ਅਗਰ ਮੈਂ ਵਿਦੇਸ਼ ਵੀ ਜਾਣਾ ਤਾਂ ਮੈਂ ਇਹੀ ਚਾਹੂੰਗਾ ਮੇਰੀ ਵਾਈਫ ਜਿਹੜੀ ਆ ਉਹ ਮੇਰੇ ਮਾਤਾ ਪਿਤਾ ਨਾਲ ਰਹਿ ਕੇ ਉਹਨਾਂ ਦੀ ਸੇਵਾ ਕਰੇ। ਤੁਸੀਂ ਬਣੇ ਰਹਿਣਾ ਵੀ ਬੱਤੀ ਨਵਾਂ ਸ਼ਹਿਰ ਨਾਲ। ਆਪਣੇ ਛੋਟੇ ਵੀ ਤਨੀਸ਼ਰੀ ਕੈਮਰਾ ਪਰਸਨ ਵਿੱਚ ਤੁਹਾਨੂੰ ਇਜਾਜ਼ਤ ਦਿਓ। ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।